नहमदहू व नसल्ली अला रसूलिहिल करीम अम्मा बादहू फ़अऊज़ु बिल्लाहि मिनश्शैतानिर्रजीम बिस्मिल्लाहिर्रहमानिर्रहीम। ਮੇਰੇ तमाम ਹਕੀਮ ਭਰਾਵਾਂ ਨੂੰ ਮੇਰੀ ਤਰਫੋਂ ਸਲਾਮ ਅਲੈਕਮ। ਮੈਂ ਗੰਧਕ ਚਿੱਟੀ ਕਰਨ ਦਾ ਨੁਸਖਾ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤਾ ਹੈ, ਜਿਹਦਾ ਦੂਸਰਾ ਹਿੱਸਾ ਪਿੱਛੇ ਰਹਿੰਦਾ ਸੀ। ਅੱਜ ਮੈਂ ਤੁਹਾਡੀ ਖਿਦਮਤ ਵਿੱਚ ਉਹਦਾ ਬਾਕੀ ਹਿੱਸਾ ਜਿਹੜਾ ਉਹ ਦਿਆਂਗਾ। ਅੱਜ ਮੈਂ ਦੱਸਾਂਗਾ ਕਿ ਭਿੰਕੀ ਪਾਰੇ ਦੀ ਗੋਲੀ ਕਿਵੇਂ ਬਣਾਈ ਜਾਂਦੀ ਹੈ ਔਰ ਇਹ ਗੋਲੀ ਜਿਹੜੀ ਹੈ ਅੱਗੇ ਜਾ ਕੇ ਕੀਮੀਆ ਤੱਕ ਕਿਵੇਂ ਪਹੁੰਚਦੀ ਹੈ। ਮੈਂ ਲੈਣਾ ਚੀਨੀ ਦੀ ਪਿਆਲੀ, ਯਾਨੀ ਪਿਆਲਾ ਨਹੀਂ ਲੈਂਦਾ, ਪਿਆਲੇ ਦਾ ਪੈਂਦਾ ਖੁੱਲ੍ਹਾ ਹੁੰਦਾ, ਇਸ ਵਾਸਤੇ ਪਿਆਲਾ ਨਹੀਂ ਲੈਂਦਾ, ਚੀਨੀ ਦੀ ਲੈਣਾ ਪਿਆਲੀ। ਪਾਰਾ ਲੈਣਾ ਬਿਲਕੁਲ ਕੱਚਾ, ਨਾ ਮੈਂ ਉਹਨੂੰ ਸਾਫ਼ ਕਰਨਾ ਨਾ ਕੋਈ ਹੋਰ ਕੰਮ ਉਹਦੇ ਨਾਲ ਕਰਨਾ। ਸਫਾਈ ਅਗਰਚੇ ਬੰਦਾ ਕਰ ਲੇ ਹੁੰਦਾ ਬਿਹਤਰ ਹੈ, ਲੇਕਿਨ ਮੈਂ ਇੰਨੀ ਮਿਹਨਤ ਨਹੀਂ ਕਰਦਾ। ਸਫਾਈ ਬੰਦਾ ਕਰ ਲੇ, ਥੋੜ੍ਹਾ ਬਹੁਤਾ ਕਾਰਬਨ ਜਿਹੜਾ ਪਾਰੇ ਦਾ ਉਹ ਨਿਕਲ ਜਾਂਦਾ। ਅੱਛਾ, ਉਸ ਤੋਂ ਬਾਅਦ ਦੇ ਵਿੱਚ ਚੀਨੀ ਦੀ ਪਿਆਲੀ ਜਿਹੜੀ ਲੈਣਾ ਉਹ ਬਿਲਕੁਲ ਸਾਫ਼ ਹੁੰਦੀ ਏ। ਉਹਨੂੰ ਅੱਛੇ ਤਰੀਕੇ ਨਾਲ ਤਸੱਲੀ ਨਾਲ ਮੈਂ ਧੋ ਲੈਣਾ। ਜਿਹੜਾ ਉੱਤੇ ਮੈਂ ਉਹਦੇ ਡੰਡਾ ਇਸਤੇਮਾਲ ਕਰਨਾ ਹੁੰਦਾ, ਚੀਨੀ ਦਾ ਹੀ ਡੰਡਾ ਲੈਣਾ ਵਾ, ਜਿਹੜਾ ਡਾਕਟਰ ਵਗੈਰਾ ਵੀ ਇਸਤੇਮਾਲ ਕਰਦੇ ਨੇ। ਉਹਨੂੰ ਵੀ ਅੱਛੇ ਤਰੀਕੇ ਨਾਲ ਮੈਂ ਸਾਫ਼ ਕਰ ਲੈਣਾ ਕਿ ਕਿਸੇ ਕਿਸਮ ਦੀ ਕੋਈ ਲਾਗ ਨਾ ਲੱਗੀ ਹੋਏ। ਮਸਲਨ ਅਗਰ ਤੇ ਪਿਆਲੀ ਨਾਲ ਕੋਈ ਚੀਜ਼ ਲੱਗੀ ਹੈ, ਕੋਈ ਤਜ਼ਾਬੀਅਤ ਵਗੈਰਾ, ਨਮਕੀਆਤ ਵਗੈਰਾ ਜਾਂ ਡੰਡੇ ਨਾਲ ਲੱਗੀ ਹੈ ਤੇ ਗੋਲੀ ਨਹੀਂ ਵੱਜਦੀ। ਨਾਲ ਮੈਂ ਲੈਣਾ ਭਿੰਕੀ ਪੋਟਾਸ਼ੀਅਮ ਪਰਮਗਨੇਟ। ਭਿੰਕੀ ਅਗਰਚੇ ਮੇਰੇ ਕੋਲ ਪਹਿਲਾਂ ਤੋਂ ਮੌਜੂਦ ਹੋਏ ਤੇ ਮੈਂ ਉਹਨੂੰ ਘੰਟਾ ਡੇਢ ਘੰਟਾ ਖੁਸ਼ਕ ਕਰਨਾ ਧੁੱਪ ਵਿੱਚ ਰੱਖ ਕੇ, ਤਾਂ ਕਿ ਇਹਨੂੰ ਕਿਸੇ ਕਿਸਮ ਦੀ ਕੋਈ ਨਮੀ ਵਗੈਰਾ ਨਾ ਆਈ ਹੋਏ। ਅਗਰਚੇ ਨਮੀ ਆਈ ਹੋਏ ਗੋਲੀ ਫਿਰ ਵੀ ਨਹੀਂ ਵੱਜਦੀ। ਮੈਂ ਅਹਤਿਆਤੀ ਤਦਾਬੀਰ ਇਸ ਵਾਸਤੇ ਦੱਸਣ ਡਿਆਂ ਤਾਂ ਕਿ ਮੇਰੇ ਭਰਾ ਜਿਹੜੇ ਨੇ ਉਹ ਪਰੇਸ਼ਾਨ ਨਾ ਹੋਣ। ਗਰਮੀਆਂ ਦੇ ਵਿੱਚ ਵੈਸੇ ਹੀ ਬਰਤਨ ਜਿਹੜੇ ਨੇ ਉਹ ਗਰਮ ਹੋਏ ਹੁੰਦੇ ਨੇ ਕੁਦਰਤੀ ਤੌਰ 'ਤੇ, ਲੇਕਿਨ ਅਗਰਚੇ ਸਰਦੀਆਂ ਦੇ ਮੌਸਮ ਵਿੱਚ ਗੋਲੀ ਬੰਨਣੀ ਹੋਏ ਤੇ ਪਿਆਲੀ ਔਰ ਡੰਡਾ, ਇਹਨਾਂ ਦੋਵਾਂ ਨੂੰ ਪਹਿਲਾਂ ਮੈਂ ਗਰਮ ਕਰਨਾ ਵਾ। ਰੇਤ ਦੇ ਵਿੱਚ ਰੱਖ ਕੇ ਪਿਆਲੀ ਨੂੰ ਇਹਨੂੰ ਗਰਮ ਕਰਨਾ, ਡੰਡੇ ਨੂੰ ਵੀ ਗਰਮ ਕਰਨਾ, ਲੇਕਿਨ ਰੇਤ ਜਿਹੜੀ ਉਹ ਬਿਲਕੁਲ ਮੈਂ ਫਰੈਸ਼ ਪਾਉਂਦਾ ਵਾ। ਉਹ ਰੇਤ ਇਸਤੇਮਾਲ ਨਹੀਂ ਕਰਦਾ ਜਿਹਦੇ ਉੱਤੇ ਅੱਗੇ ਹੀ ਅਮਲ ਹੋਇਆ ਹੋਏ ਕਿ ਮਸਲਨ ਉਸ ਰੇਤ ਦੇ ਉੱਤੇ ਕੋਈ ਤੇਜ਼ਾਬ ਵਗੈਰਾ ਡਾਇਆ ਹੋਏ। ਅਗਰਚੇ ਐਸੀ ਰੇਤ ਇਸਤੇਮਾਲ ਕਰਾਂ ਤੇ ਵਿੱਚੋਂ ਧੂੰਆਂ ਨਿਕਲ ਕੇ ਅਗਰ ਪਿਆਲੀ ਨੂੰ ਜਾਂ ਡੰਡੇ ਨੂੰ ਵਗੈਰਾ ਨੂੰ ਲੱਗ ਜੇ ਤੇ ਗੋਲੀ ਨਹੀਂ ਵੱਜਦੀ। ਚਲੋ ਖੈਰ, ਅੱਛੇ ਤਰੀਕੇ ਨਾਲ ਇਸ ਗੱਲ ਦੀ ਸਮਝ ਆ ਗਈ ਹੋਏਗੀ। ਮੈਂ ਪਿਆਲੀ ਡੰਡਾ ਗਰਮ ਕਰ ਲੈਣਾ। ਗਰਮ ਕਰਕੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਅੰਦਰ ਪਾਰਾ ਐਡ ਕਰਨਾ। ਖਾ ਮੈਂ ਤੋਲੇ ਦੀ ਗੋਲੀ ਬੰਨਣੀ ਹੋਏ, ਇਸ ਅਮਲ ਵਾਸਤੇ 2 ਤੋਲਾ ਪਾਰਾ ਜਿਹੜਾ ਉਹਦੀ ਗੋਲੀ ਮੈਂ ਬੰਨ੍ਹਣਾ ਵਾ। 2 ਤੋਲਾ ਪਾਰਾ ਪਿਆਲੀ ਦੇ ਅੰਦਰ ਮੈਂ ਐਡ ਕਰ ਦਿੰਦਾ ਤੇ ਸ਼ਹਾਦਤ ਉਂਗਲੀ ਤੇ ਅੰਗੂਠੇ ਦੇ ਨਾਲ ਜਿੰਨੀ ਕੁ ਪਿੰਕੀ ਇਹਦੇ ਅੰਦਰ ਆ ਜੇ ਓਨੀ ਪਿੰਕੀ ਚੁੱਕ ਕੇ ਪਾਰੇ ਦੇ ਉੱਤੇ ਪਾ ਦਿੰਦਾ ਤੇ ਡੰਡਾ ਜਿਹੜਾ ਉਹਨੂੰ ਹੱਥ ਵਿੱਚ ਫੜ ਕੇ ਉਹਨੂੰ ਮੈਂ ਰਗੜਨਾ ਸ਼ੁਰੂ ਕਰ ਦਿੰਦਾ। ਡੰਡਾ ਵੀ ਗਰਮ ਹੁੰਦਾ, ਪਿਆਲੀ ਵੀ ਗਰਮ ਹੁੰਦੀ ਹੈ, ਲਿਹਾਜ਼ਾ ਛੇਤੀ ਰਿਐਕਸ਼ਨ ਕਰ ਜਾਂਦੀ ਹੈ। ਕਰਨ ਤੋਂ ਬਾਅਦ ਦੇ ਵਿੱਚ ਪਾਰਾ ਜਿਹੜਾ ਥੋੜ੍ਹਾ ਚੌੜਾ ਹੋ ਜਾਂਦਾ। ਜਿਸ ਵੇਲੇ ਪਾਰਾ ਚੌੜਾ ਹੋ ਜਾਂਦਾ ਮੈਂ ਫੇਰ ਚੁਟਕੀ ਫੜਨਾ, ਮੈਂ ਫੇਰ ਉੱਤੇ ਪਾ ਦਿੰਦਾ, ਪਾ ਕੇ ਫੇਰ ਮੈਂ ਉਹਨੂੰ ਰਗੜਨਾ। ਉਹ ਵੀ ਆਪਣੇ ਅੰਦਰ ਲੈ ਜਾਂਦੀ ਹੈ, ਹੱਤਾ ਕਿ ਜਿਵੇਂ ਚਾਂਦੀ ਪਾਰੇ ਦੀ ਗੋਲੀ ਵੱਜ ਜਾਂਦੀ ਹੈ। ਜਦੋਂ ਇਸ ਜੋ ਉੱਤੇ ਪਾਰਾ ਆ ਜਾਂਦਾ ਉਹਨੂੰ ਮੈਂ ਬਲੇਡ ਦੀ ਮਦਦ ਨਾਲ ਇਕੱਠਾ ਕਰਕੇ ਤਲੀ ਤੇ ਪਾ ਕੇ ਉਹਦੀ ਬਣਾ ਲੈਣਾ ਗੋਲੀ। ਇਹ ਗੋਲੀ ਜਿਸ ਵੇਲੇ ਮੈਂ ਗੰਧਕ ਪਕਾਉਣ ਲੱਗਣਾ ਵਾ ਗਲਾਸ ਦੇ ਅੰਦਰ ਪਹਿਲਾਂ ਐਡ ਕਰ ਦੇਣਾ। ਪਾਰਾ ਬਜ਼ਾਤੇ ਖੁਦ ਬੜਾ ਵੱਡਾ ਛੋੜ ਏ, ਬਲਕਿ ਹਰ ਚੀਜ਼ ਦੀ ਸਫਾਈ ਕਰਨ ਵਿੱਚ ਮੁਆਵਨ ਹੁੰਦਾ ਹੈ। ਪਾਰਾ ਗੰਧਕ ਦੇ ਅੰਦਰ ਕੁਛ ਪਾਰਾ ਥੱਲੇ ਬਸਤਾ ਪਿਆ ਰਹਿੰਦਾ, ਕੁਛ ਗੰਧਕ ਦੇ ਅੰਦਰ ਖੇਲ ਖੂਲ ਕੇ ਥੱਲੇ ਚਲਾ ਜਾਂਦਾ। ਲਿਹਾਜ਼ਾ ਗੰਧਕ ਜਿਹੜੀ ਏ ਉਹ ਕਾਮਲ ਬਣਦੀ ਏ, ਸਾਫ਼ ਸੁਥਰੀ ਬਣਦੀ ਏ, ਸਫੈਦ ਲੱਠੇ ਦੀ ਮਾਨਤ ਬਣਦੀ ਏ। ਜਿਸ ਵੇਲੇ ਗੋਲੀ 10-11 ਘੰਟੇ ਵਿੱਚ ਪੱਕ ਜਾਂਦੀ ਏ ਮੈਂ ਗੰਧਕ ਵੱਖਰੀ ਕਰ ਲੈਣਾ। ਕੁਛ ਗੰਧਕ ਕੋਈ 6 ਗ੍ਰਾਮ ਦੇ ਲਗਭਗ ਮੈਂ ਵਿੱਚ ਰਹਿਣ ਦਿੰਦਾ ਵਾਂ। ਇਹਦੇ ਵਿੱਚ ਮੈਂ ਕਰ ਦਿੰਦਾ ਮਿੱਠਾ ਸੋਡਾ ਥੋੜ੍ਹਾ ਜਿਹਾ ਆਇਡ, ਕੋਈ 6 ਗ੍ਰਾਮ ਦੇ 6 ਗ੍ਰਾਮ ਦੇ ਲਗਭਗ ਇਹਦੇ ਵਿੱਚ ਮਿੱਠਾ ਸੋਡਾ ਜਿਹੜਾ ਉਹ ਮੈਂ ਐਡ ਕਰ ਦਿੰਦਾ। ਬਾਕੀ ਤੇਲ ਨੂੰ ਮੈਂ ਨਿਚੋੜ ਕੇ ਗੰਧਕ ਵਿੱਚੋਂ ਕੱਢ ਲਈ ਸੀ। ਹੁਣ ਜਿਹੜਾ ਉਹ ਤੇਲ ਪਿੱਛੇ ਬਚਿਆ ਉਹ ਮੈਂ ਉੱਤੇ ਪਾ ਦੇਣਾ। ਉੱਤੇ ਪਾ ਕੇ ਮੈਂ ਡੂੰਘੇ ਦੇ ਵਿੱਚ ਤੇਲ ਪਾ ਕੇ ਉੱਤੋਂ ਬਰਨਲ ਦੀ ਮਦਦ ਨਾਲ ਮੈਂ ਲਾ ਦੇਣਾ ਡੂੰਘੇ ਦੇ ਵਿੱਚ ਅੱਗ। ਉਹ ਮੇਰੀ ਅੱਗ ਜਿਹੜੀ ਏ ਉਹ ਆਸਤਾ ਆਸਤਾ ਬਲਦੀ ਰਹਿੰਦੀ ਏ, ਤੇਲ ਵਿੱਚ ਰਿੱਝਦਾ ਰਹਿੰਦਾ, ਹਰ ਚੀਜ਼ ਪੱਕਦੀ ਰਹਿੰਦੀ ਏ। ਤਕਰੀਬਨ 1.5-2 ਘੰਟੇ ਸੜਨ ਵਿੱਚ ਲੱਗ ਜਾਂਦੇ ਨੇ। ਬਾਹਰ ਰੱਖ ਕੇ ਮੈਂ ਅੱਗ ਲਾ ਦਿੰਦਾ। ਜਿਸ ਵੇਲੇ ਹਰ ਚੀਜ਼ ਸੜ ਸੁੜ ਜਾਂਦੀ ਏ
ਯਾਨੀ ਜਦੋਂ ਤੇਲ ਗੰਧਕ ਦੇ ਉੱਤੇ ਅੱਪੜਦਾ ਯਾਨੀ ਕਿ ਥੱਲੇ ਜਿੰਨੀ ਗੰਧਕ ਇਕੱਠੀ ਹੋ ਜਾਂਦੀ ਏ ਤੇਲ ਖ਼ਤਮ ਹੋ ਜਾਂਦਾ ਤੇ ਅੱਗ ਬੁਝ ਜਾਂਦੀ ਏ। ਪਰੇਸ਼ਾਨ ਨਹੀਂ ਹੁੰਦਾ ਕਿਉਂਕਿ ਪਾਰਾ ਵਗੈਰਾ ਕੋਈ ਚੀਜ਼ ਨਹੀਂ ਸੜਦੀ। ਇੱਥੋਂ ਮੈਂ ਪਾਰਾ ਜਿਹੜਾ ਉਹਨੂੰ ਕੱਢ ਲੈਣਾ, ਉਹਨੂੰ ਕੱਢ ਕੇ ਥੋੜ੍ਹਾ ਜਿਹਾ ਬਰਨਲ ਦੀ ਮਦਦ ਨਾਲ ਯਾਨੀ ਕਿ ਇਜ਼ਾਫੀ ਗੰਧਕ ਜਾਂ ਕੋਈ ਤੇਲ ਵਗੈਰਾ ਵਿੱਚ ਉਹਦੇ ਰਿਹਾ ਤੇ ਉਹਨੂੰ ਮੈਂ ਬਰਨਲ ਦੀ ਮਦਦ ਨਾਲ ਸਾੜ ਦੇਣਾ। ਸਾੜਨ ਤੋਂ ਬਾਅਦ ਦੇ ਵਿੱਚ ਉਸ ਪਾਰੇ ਨੂੰ ਲੈਣਾ ਪੀ ਕੇ ਮੈਂ ਤਾਂਬੇ ਦਾ ਪੱਤਰਾ ਜਿਹੜਾ ਉਹਨੂੰ ਸੁਰਖ ਲਾਲ ਕਰਨਾ, ਸੁਰਖ ਲਾਲ ਕਰਕੇ ਬਰਨਲ ਥੱਲੇ ਮੱਠਾ ਕਰ ਦੇਣਾ। ਉੱਤੇ ਉਹ ਜਿਹੜਾ ਮਵਾਦ ਹੁੰਦਾ ਉਹਨੂੰ ਮੈਂ ਪਾ ਦਿੰਦਾ ਵਾ, ਪਾਰੇ ਵਾਲਾ ਮਵਾਦ ਜਿਹੜਾ ਉਹਨੂੰ ਪਾ ਦਿੰਦਾ। ਬਹੁਤ ਜ਼ਿਆਦਾ ਨਹੀਂ ਮੈਂ ਪਕਾਉਂਦਾ। ਜਿਸ ਵੇਲੇ ਇਹਦਾ ਧੂੰਆਂ ਬੰਦ ਹੋ ਜਾਂਦਾ ਉਹਨੂੰ ਮੈਂ ਥੱਲੇ ਉਤਾਰ ਲੈਣਾ। ਚਮਚ ਦੀ ਮਦਦ ਨਾਲ ਉੱਤੋਂ ਖੁਰਚ ਕੇ ਮੈਂ ਥੱਲੇ ਉਤਾਰ ਲੈਣਾ। ਅਗਰ ਜੇ ਪੱਤਰਾ ਛੋਟਾ ਹੋਏ 2-3 ਵਾਰੀਆਂ ਕਰਕੇ ਉਹਨੂੰ ਮੈਂ ਖੁਸ਼ਕ ਕਰ ਲੈਣਾ, ਯਾਨੀ ਕਿ ਉਹਨੂੰ ਤਾਂਬੇ ਦੀ ਬੋਬੰਦੀ ਦੇ ਦਿੰਦਾ ਵਾ। ਇੱਥੋਂ ਅੱਗੇ ਮੈਂ ਜਿਸ ਵੇਲੇ ਇਹਨੂੰ ਤਾਂਬੇ ਦੀ ਬੋਬੰਦੀ ਦੇ ਦਿੰਦਾ, ਇਹਨੂੰ ਅੱਗੇ ਮੈਂ ਲੈ ਜਾਂਦਾ ਵਾਂ ਤੇਜ਼ਾਬ ਸ਼ੋਰੇ ਦੇ ਅੰਦਰ। ਜਿੰਨਾ ਕੁ ਮੈਨੂੰ ਜ਼ਰੂਰਤ ਹੋਏ ਉਹਦੇ ਮੁਤਾਬਕ ਤੇਜ਼ਾਬ ਸ਼ੋਰੇ ਦੇ ਵਿੱਚ ਪਾ ਕੇ ਇਹਨੂੰ ਮੈਂ ਰੱਖ ਦਿੰਦਾ ਅੱਗ ਦੇ ਉੱਤੇ। ਤੇਜ਼ਾਬ ਸ਼ੋਰਾ ਇਹਨੂੰ ਮੁਕੰਮਲ ਖਾ ਜਾਂਦਾ। ਉਹਨੂੰ ਅੱਗ ਦੇ ਉੱਤੇ ਰੱਖ ਕੇ ਮੈਂ ਕਰ ਦੇਣਾ ਖੁਸ਼ਕ। ਇੱਥੇ ਕੜਾਹੀ ਦੇ ਅੰਦਰ ਨੀਲ ਵਗੈਰਾ ਸਭ ਕੁਛ ਹੀ ਆਉਂਦਾ। ਜਿਸ ਵੇਲੇ ਇਹਨੂੰ ਮੈਂ ਖੁਸ਼ਕ ਕਰ ਦੇਣਾ, ਖੁਸ਼ਕ ਕਰਨ ਤੋਂ ਬਾਅਦ ਦੇ ਵਿੱਚ ਉੱਤੇ ਪਾ ਦੇਣਾ ਕਲਮੀ ਸ਼ੋਰਾ। ਕਲਮੀ ਸ਼ੋਰਾ ਪਾ ਕੇ ਇਹਨੂੰ ਮੈਂ ਤਲ ਦੇਣਾ ਉੱਤੋਂ ਬਰਨਲ ਮਾਰ ਕੇ। ਪਹਿਲਾਂ ਇਹਦੇ ਉੱਤੇ ਮੋਟੇ ਬੁਲਬੁਲੇ ਆਉਂਦੇ ਨੇ ਯਾਨੀ ਝਿੱਗ ਆਉਂਦੀ ਏ। ਜਿਸ ਵੇਲੇ ਉਹ ਝਿੱਗ ਖ਼ਤਮ ਹੋ ਜਾਂਦੀ ਏ, ਸ਼ੋਰਾ ਜਿਹੜਾ ਮੇਰਾ ਸੁਰਖ ਲਾਲ ਹੋ ਜਾਂਦਾ ਜਿਵੇਂ ਕਿ ਅੰਗਿਆਰੀ ਭਖਦੀ ਹੁੰਦੀ ਏ। ਇਸ ਰੁਕ ਮੈਂ 2 ਤੋਂ 3 ਹੱਤਾ ਕਿ 4-5 ਵਾਰੀ ਸ਼ੋਰਾ ਸੁਰਖ ਲਾਲ ਕਰਨਾ। ਯਾਨੀ ਇੱਕ ਵਾਰੀ ਸ਼ੋਰਾ ਸੁਰਖ ਲਾਲ ਕੀਤਾ, ਉਹਨੂੰ ਥੋੜ੍ਹਾ ਠੰਡਾ ਹੋਣ ਦਿੱਤਾ, ਫੇਰ ਉਹਨੂੰ ਸੁਰਖ ਲਾਲ ਕੀਤਾ, ਫੇਰ ਠੰਡਾ ਹੋਣ ਦਿੱਤਾ। ਇਸ ਰੁਕ 4-5 ਵਾਰੀਆਂ ਕਰਨਾ, ਮੁੜ ਕੇ ਉਹਨੂੰ ਛੱਡ ਦੇਣਾ। ਜਿਸ ਵੇਲੇ ਉਹ ਠੰਡਾ ਹੋ ਜਾਂਦਾ, ਠੰਡਾ ਹੋਣ ਤੋਂ ਬਾਅਦ ਦੇ ਵਿੱਚ ਮੈਂ ਉਹਦੇ ਵਿੱਚ ਪਾ ਦੇਣਾ ਪਾਣੀ ਪਾ ਕੇ ਤੇ ਸ਼ੋਰਾ ਵਗੈਰਾ ਹੱਲ ਕਰਕੇ ਸਭ ਕੁਛ ਫਾਰਗ ਕਰ ਦੇ। ਮੇਰਾ ਪਾਰਾ ਥੱਲੇ ਭਠੂਰ ਦੀ ਸ਼ਕਲ ਵਿੱਚ ਮੈਨੂੰ ਦਸਤਿਆਬ ਹੋ ਜਾਂਦਾ। ਇਸ ਵੇਲੇ ਅਗਰ ਜੇ ਇਹਨੂੰ ਇੱਥੋਂ ਚੁੱਕ ਕੇ ਤੇਜ਼ਾਬ ਸ਼ੋਰੇ ਦੇ ਅੰਦਰ ਪਾਇਆ ਜਾਏ, ਕੋਈ ਨੀਲ ਨਹੀਂ ਦਿੰਦਾ, ਕੋਈ ਕੁਛ ਨਹੀਂ ਹੁੰਦਾ। ਜਿਹੜਾ ਤਾਂਬਾ ਹੁੰਦਾ ਉਹ ਵੀ ਨਾਲ ਇਸੇ ਪਾਸੇ ਭਠੂਰ ਵਾਲੀ ਸਾਈਡ ਤੇ ਕਨਵਰਟ ਹੋ ਜਾਂਦਾ। ਜਿਸ ਮੇਰੇ ਭਰਾ ਨੂੰ ਨੁਕਸਾ ਚੰਗਾ ਲੱਗੇ ਉਹ ਕਰੇ। ਅੱਲਾਹ ਪਾਕ ਦੇ ਫਜ਼ਲੋ ਕਰਮ ਨਾਲ ਉਹਦੀ ਰਾਮ ਤੇ ਸ਼ਾਮਲ ਹਾਲ ਹੋਣੀ ਚਾਹੀਦੀ ਏ। ਜਦ ਤੱਕ ਉਹਦੀ ਰਹਿਮਤ ਇਨਸਾਨ ਦੇ ਨਾਲ ਨਾ ਹੋਏ ਤੇ ਕੁਛ ਨਹੀਂ ਹੁੰਦਾ। ਉਹਦੀ ਰਹਿਮਤ ਸ਼ਾਮਲੇ ਹਾਲ ਹੋਏ ਸਭ ਕੁਛ ਹੀ ਹੁੰਦਾ। ਨੁਕਸਾ ਹਕੀਕਤ ਤੇ ਮਬਨੀ ਹੈ। ਜਿਸ ਮੇਰਾ ਭਰਾ ਨੂੰ ਚੰਗਾ ਲੱਗੇ ਉਹ ਕਰ ਲੇ, ਜਿਸ ਮੇਰੇ ਭਰਾ ਨੂੰ ਚੰਗਾ ਨਾ ਲੱਗੇ ਉਹ ਨਾ ਕਰੇ। ਬਾਕੀ ਆਪਣੇ ਜਿਹੜੇ ਮੇਰੇ ਨਵੇਂ ਹਕੀਮ ਭਰਾ ਨੇ, ਸਟੂਡੈਂਟ ਨੇ, ਉਹਨਾਂ ਅੱਗੇ ਮੇਰੀ ਇੱਕ ਰਿਕਵੈਸਟ ਹੈ। ਉਹ ਇਹ ਵੇ ਕਿ ਨੁਕਸਾ ਕਰਨ ਤੋਂ ਪਹਿਲਾਂ ਉਹਨੂੰ ਬਾਰ-ਬਾਰ ਸੁਣਨਾ ਚਾਹੀਦਾ। ਯਾਨੀ ਕਿ ਉਹਨੂੰ ਖਿਆਲੀ ਤੌਰ ਤੇ ਬਣਾਓ, ਬਣਾ ਕੇ ਫਿਰ ਉਹਨੂੰ ਬਣਾਓ। ਬਾਰ-ਬਾਰ ਉਹਨੂੰ ਖਿਆਲੀ ਤੌਰ ਤੇ ਬਣਾਓ। ਵੀਡੀਓ ਨੂੰ ਬਾਰ-ਬਾਰ ਸੁਣ ਕੇ ਯਾਨੀ ਕਿ ਜ਼ਿਹਨ ਨਸ਼ੀਨ ਚੀਜ਼ ਹੋ ਜਾਣੀ ਚਾਹੀਦੀ ਏ। ਉਹਦੀ ਖਿਆਲ ਦੇ ਅੰਦਰ ਡਿਟੇਲ ਬਣਾਓ। ਬਣਾਉਣ ਤੋਂ ਬਾਅਦ ਦੇ ਵਿੱਚ ਜਿਸ ਵੇਲੇ ਤੁਹਾਡਾ ਸਾਰਾ ਰੋਡ ਜਿਹੜਾ ਅੱਗੇ ਹਮਵਾਰ ਹੋ ਜੇ, ਫਿਰ ਨੁਕਸਾ ਜਿਹੜਾ ਉਹਨੂੰ ਸ਼ੁਰੂ ਕਰੋ। ਫਿਰ ਵੀ ਪੂਰੀ ਤਵੱਜਾ ਦੇ ਨਾਲ ਨੁਕਸਾ ਕਰਨਾ ਚਾਹੀਦਾ। ਜਿੱਥੇ ਕਿਤੇ ਕੋਈ ਗਲਤੀ ਦਾ ਇਮਕਾਨ ਨਜ਼ਰ ਆਉਂਦਾ ਹੋਏ ਉਹਨੂੰ ਇਨਸਾਨ ਖੁਦ ਵੀ ਉਹਦੇ ਉੱਤੇ ਡਿਸੀਜ਼ਨ ਲੈ ਸਕਦਾ ਕਿ ਇੰਜ ਨਹੀਂ ਇੰਜ ਹੋਣਾ ਚਾਹੀਦਾ। ਬਾਕੀ ਜਿਵੇਂ ਜਿਵੇਂ ਮੈਂ ਕਰਨਾ ਮੈਂ ਸਾਰੀ ਡਿਟੇਲ ਵਜ਼ਾਹਤ ਦੇ ਨਾਲ ਪੇਸ਼ ਕਰ ਦਿੱਤੀ ਹੈ। ਹਾਂ, ਇੱਕ ਚੀਜ਼ ਹੋਰ ਦੱਸਦਾ ਜਾਵਾਂ, ਕੁਛ ਭਰਾਵਾਂ ਦੇ ਸ਼ਿੰਗਰਫ ਮੋਮੀਆਂ ਦੇ ਕਮੈਂਟ ਆਏ ਸਨ। ਉਹ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ 2 ਗ੍ਰਾਮ ਕਰੋ, 5 ਗ੍ਰਾਮ ਕਰੋ, 10 ਗ੍ਰਾਮ ਕਰੋ, 20 ਗ੍ਰਾਮ ਤੱਕ ਸ਼ਿੰਗਰਫ ਮੋਮੀਆ ਜਿਹੜਾ ਉਹ ਇੱਕ ਨਸ਼ਿਸਤ ਵਿੱਚ ਹੋ ਜਾਂਦਾ ਆਸਾਨੀ ਨਾਲ। ਵਾਸਲਾਮ।